ਤਾਂ ਅੱਜ ਕਿਸਾਨ ਜਥੇਬੰਦੀਆਂ ਦਿੱਲੀ ਦੇ ਵਿਗਿਆਨ ਭਵਨ ਪਹੁੰਚ ਚੁੱਕੀਆਂ ਨੇ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕਰਨ ਦੇ ਲਈ। ਦੇਖਣਾ ਹੋਵੇਗਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਹੁਣ ਉਹ ਰੇੜਕਾ ਉਸੇ ਤਰ੍ਹਾਂ ਹੀ ਬਰਕਰਾਰ ਰਹੇਗਾ ਜਾਂ ਫਿਰ ਆਪਣੀ ਜਿਹੜੀ ਨਰਮੀ ਵੀ ਵਰਤੇਗੀ ਕੇਂਦਰ ਸਰਕਾਰ, ਜਾਂ ਫਿਰ ਕਿਸਾਨ ਇਸ ਗੱਲਾਂ ਨੂੰ ਮੰਨ ਲੈਣਗੇ ਕਿ ਖੇਤੀ ਕਾਨੂੰਨ ਸਾਡੇ ਲਈ ਲਾਭਦਾਇਕ ਨੇ। ਤਾਂ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਪਹਿਲਾਂ ਵੀ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਬੁਲਾਇਆ ਗਿਆ ਸੀ, ਇੱਕ ਵਾਰ ਫਿਰ ਤੋਂ ਕਿਸਾਨ ਦਿੱਲੀ ਪਹੁੰਚੇ ਨੇ। ਪਿਛਲੀ ਵਾਰ ਬੇਰੰਗ ਪਰਤੇ ਸੀ, ਮੇਰੇ ਨਾਲ ਸੁਰਖਾਬ ਨੇ। ਸੁਰਖਾਬ, ਪਿਛਲੀ ਵਾਰ ਬੇਰੰਗ ਪਰਤੇ ਸੀ ਕਿਸਾਨ ਦਿੱਲੀ ਤੋਂ, ਇਸ ਵਾਰ ਕਿਸਾਨ ਇੱਕ ਵਾਰ ਫਿਰ ਤੋਂ ਮੀਟਿੰਗ ਦੇ ਲਈ ਰਾਜ਼ੀ ਹੋਏ ਨੇ ਅਤੇ ਦਿੱਲੀ ਦੇ ਵਿੱਚ ਵੀ ਪਹੁੰਚ ਚੁੱਕੇ ਨੇ ਨਰਿੰਦਰ ਤੋਮਰ ਦੇ ਨਾਲ ਅਤੇ ਪਿਊਸ਼ ਗੋਇਲ ਰੇਲ ਮੰਤਰੀ ਦੇ ਨਾਲ ਮੀਟਿੰਗ ਕਰਨ ਦੇ ਲਈ। ਕਿਵੇਂ ਦੇਖਦੇ ਹੋ ਇਸ ਨੂੰ ਕਿ ਕੀ ਆਖਿਰਕਾਰ ਇਸ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਿਕਲੇਗਾ ਜਾਂ ਫਿਰ ਉਸੇ ਤਰ੍ਹਾਂ ਹੀ ਸਭ ਕੁਝ ਚੱਲਦਾ ਰਹੇਗਾ? ਗੱਲ ਸਮਝਾਉਣ ਦੀ ਹੈ ਸ਼ਰਨ। ਜੇਕਰ ਅਸੀਂ ਕਿਸਾਨਾਂ ਦੀ ਗੱਲ ਕਰ ਲਈਏ, ਕੱਲ ਬੈਠਕ ਜਦੋਂ ਚੰਡੀਗੜ੍ਹ ਵਿੱਚ ਕਿਸਾਨਾਂ ਨਾਲ ਕੀਤੀ ਗਈ ਤਾਂ ਕਿਸਾਨਾਂ ਦਾ ਕਹਿਣਾ ਸੀ, ਜਦੋਂ ਗੱਲਬਾਤ ਹੁੰਦੀ ਹੈ ਸਾਡੇ ਨਾਲ, ਕਿ ਸਾਨੂੰ ਉਮੀਦ ਕੋਈ ਨਹੀਂ ਹੈ ਇਹਨਾਂ ਤੋਂ, ਇਸ ਬੈਠਕ ਦੇ ਵਿੱਚੋਂ ਕੁਝ ਨਹੀਂ ਨਿਕਲ ਕੇ ਸਾਹਮਣੇ ਆਵੇਗਾ। ਇਹ ਗੱਲ ਜ਼ਰੂਰ ਉਹ ਕਿਤੇ ਨਾ ਕਿਤੇ ਮਨ 'ਚ ਰੱਖੀ ਬੈਠੇ ਨੇ, ਪਰ ਮੀਟਿੰਗ ਦੇ ਵਿੱਚ ਪਹਿਲ ਕਰਨੀ ਜ਼ਰੂਰੀ ਹੈ, ਜਾਣਾ ਜ਼ਰੂਰੀ ਹੈ। ਸੋ ਦੂਜੀ ਵਾਰ ਗਏ ਨੇ, ਸੱਦਾ ਜੋ ਕੇਂਦਰ ਦੇ ਮੰਤਰੀਆਂ ਵੱਲੋਂ ਆਇਆ ਆ। ਪਰ ਜੇਕਰ ਅਸੀਂ ਇਸ ਵਕਤ ਇਹਨਾਂ ਬੈਠਕਾਂ ਦੀ ਗੱਲ ਕਰ ਲਈਏ, ਬੈਠਕਾਂ ਦਾ ਸਿਲਸਿਲਾ ਹਜੇ ਲੰਬਾ ਜਾਣਾ ਆ। ਇਹ ਹਜੇ ਪਹਿਲੀਆਂ ਗੇੜ ਦੀਆਂ ਬੈਠਕਾਂ ਅਸੀਂ ਕਹਿ ਸਕਦੇ ਆ। ਨਾਲੇ ਵੱਡੀ ਗੱਲ ਇਹ ਹੈ ਕਿ ਜਿਹੜੇ ਦੋ ਮੰਤਰੀ ਉੱਥੇ ਬਿਠਾਏ ਹੋਏ ਨੇ ਉਹਨਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਪਾਵਰ ਨਹੀਂ ਹੈਗੀ ਕਿ ਉਹ ਕਾਨੂੰਨਾਂ ਵਿੱਚ ਬਦਲਾਅ ਕਰ ਸਕਣ। ਸੋ ਹਜੇ ਸਿਰਫ ਬੈਠਕਾਂ ਦਾ ਦੌਰ ਸ਼ੁਰੂ ਹੋਇਆ ਆ ਤੇ ਬੈਠਕਾਂ ਹਜੇ ਲੰਮੀਆਂ ਜਾਣਗੀਆਂ। ਪਰ ਦੇਖਣਾ ਇਹ ਆ ਕਿ ਇਹ ਬੈਠਕ ਦੇ ਵਿੱਚ ਵੀ ਕੀ ਸਮਝਾਉਣ ਦੀਆਂ ਗੱਲਾਂ ਹੀ ਹੋਣਗੀਆਂ ਜਾਂ ਜੋ ਕਿਸਾਨਾਂ ਦੀਆਂ ਅਸਲ ਮੰਗਾਂ ਨੇ ਉਹਨਾਂ ਬਾਰੇ ਵਿਚਾਰ ਚਰਚਾ ਹੋਊਗੀ। ਕਿਉਂਕਿ ਕਿਸਾਨ ਜੋ ਆਪਣੀਆਂ ਮੰਗਾਂ ਲੈ ਕੇ ਗਏ ਨੇ ਉਹ ਸਿੱਧੀਆਂ ਪੱਧਰੀਆਂ ਮੰਗਾਂ ਨੇ ਕਿ ਜੋ ਖੇਤੀ ਕਾਨੂੰਨ ਨੇ ਉਹ ਰੱਦ ਕੀਤੇ ਜਾਣ। ਤੇ ਹੁਣ ਪਰ ਜਦੋਂ ਅਸੀਂ ਸਰਕਾਰ ਜਾਂ ਕੇਂਦਰ ਸਰਕਾਰ ਦੇ ਰਵੱਈਏ ਦੀ ਗੱਲ ਕਰਦੇ ਹਾਂ ਤਾਂ ਵਾਰ-ਵਾਰ ਬਿਆਨ ਇਹ ਆ ਰਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਲਾਹੇ ਲਈ ਨੇ, ਲਾਭ ਲਈ ਨੇ, ਤੇ ਜੇਕਰ ਅਸੀਂ ਫੈਸਲਾ ਲੈ ਲਿਆ ਪਿੱਛੇ ਨਹੀਂ ਹਟਾਂਗੇ। ਬਿਹਾਰ ਦੀ ਚੋਣਾਂ ਜਿੱਤ ਹੁੰਦੀ ਹੈ, ਬਿਹਾਰ ਦੀ ਚੋਣਾਂ ਜਿੱਤ ਨੂੰ ਵੀ ਉਹ ਕਹਿੰਦੇ ਨੇ ਕਿ ਕਿਸਾਨਾਂ ਦੀ ਜਿੱਤ ਹੈ। ਲੇਕਿਨ ਜੇਕਰ ਅਸੀਂ ਇਸ ਵਕਤ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਕਿਸਾਨਾਂ ਨੂੰ ਬਾਕੀ ਦੇਸ਼ ਦੇ ਕਿਸਾਨਾਂ ਤੋਂ ਵੱਖਰਾ ਦੇਖ ਰਹੇ ਨੇ ਬੀਜੇਪੀ ਆਗੂ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸੰਘਰਸ਼ ਜ਼ਿਆਦਾ ਆ। ਸੋ ਜੋ ਮੱਦਾਂ ਪੰਜਾਬ ਦੇ ਕਿਸਾਨ ਦੱਸਣਗੇ ਜਾਂ ਜੋ ਹਦਾਇਤਾਂ ਜਾਂ ਜੋ ਗੱਲਾਂ ਸਾਹਮਣੇ ਆਉਣਗੀਆਂ ਉਹਨਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਸੋ ਜੇਕਰ ਅਸੀਂ ਸਿੱਧੇ ਤੌਰ ਤੇ ਸੰਭਾਵਨਾ ਜਤਾ ਲਈਏ, ਹਜੇ ਤੱਕ ਪਹਿਲੇ ਗੇੜ ਦੀਆਂ ਬੈਠਕਾਂ ਨੇ ਤੇ ਬੈਠਕਾਂ ਹਜੇ ਲੰਮੀਆਂ ਜਾਣੀਆਂ ਨੇ। ਪਰ ਇਹ ਜ਼ਰੂਰ ਆ ਕਿ ਅਹਿਮ ਬੈਠਕ ਆ, ਕਿਉਂਕਿ ਇਸ ਤੋਂ ਬਾਅਦ ਸਥਿਤੀ ਸਪਸ਼ਟ ਹੋ ਸਕਦੀ ਹੈ ਕਿ ਕੇਂਦਰ ਕੀ ਮਨਸ਼ਾ ਰੱਖਦੀ ਹੈ। ਜੀ, ਤੁਸੀਂ ਕਿਹਾ ਕਿ ਅਹਿਮ ਬੈਠਕਾਂ ਨੇ ਤੇ ਇਹ ਬੈਠਕ ਬੀਜੇਪੀ ਵਾਲਿਆਂ ਨੂੰ ਲੱਗਦਾ ਹੈ ਕਿ ਕੌਮੀ ਪੱਧਰ ਦੀ ਨਹੀਂ ਸਗੋਂ ਪੰਜਾਬ ਦੇ ਵਿੱਚ ਸੰਘਰਸ਼ ਹੈ। ਦਰਅਸਲ ਇਹ ਕਿਸਾਨ ਜਥੇਬੰਦੀਆਂ ਨੂੰ ਵੀ ਇਸੇ ਤਰ੍ਹਾਂ ਹੀ ਲੱਗ ਰਿਹਾ ਹੈ ਕਿ ਇਹ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਬੁਲਾ ਕੇ ਸਾਡੇ ਅਤੇ ਬਾਕੀ ਜਥੇਬੰਦੀਆਂ ਦੇ ਵਿੱਚ ਫੁੱਟ ਪਵਾਉਣਾ ਚਾਹੁੰਦੀ ਹੈ। ਤੇ ਅੱਜ ਜਦੋਂ ਕਿਸਾਨ ਦਿੱਲੀ ਪਹੁੰਚੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਿਰਫ ਕਿਸਾਨਾਂ ਦੇ ਵਿੱਚ ਹੀ ਨਹੀਂ ਸਗੋਂ ਕਿਸਾਨਾਂ ਅਤੇ ਵਪਾਰੀਆਂ ਦੇ ਵਿਚਾਲੇ ਵੀ ਸਰਕਾਰ ਫੁੱਟ ਪਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰੇਲਾਂ ਪੰਜਾਬ ਦੇ ਵਿੱਚ ਨਾ ਭੇਜ ਕੇ, ਮਾਲ ਗੱਡੀਆਂ ਪੰਜਾਬ ਦੇ ਵਿੱਚ ਨਾ ਭੇਜ ਕੇ। ਤਾਂ ਰੇਲ ਮੰਤਰੀ ਪਿਊਸ਼ ਗੋਇਲ ਦੇ ਨਾਲ ਗੱਲਬਾਤ ਹੋ ਰਹੀ ਹੈ। ਕੀ ਤੁਹਾਨੂੰ ਲੱਗਦਾ ਇਸ ਮੁੱਦੇ ਤੇ ਲੈ ਕੇ ਕਿਸਾਨ ਉਹਨਾਂ ਦੇ ਨਾਲ ਵਿਚਾਰ ਚਰਚਾ ਕਰਨਗੇ ਤੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮਾਲ ਗੱਡੀਆਂ ਚੱਲ ਪੈਣਗੀਆਂ? ਬਿਲਕੁਲ ਚਰਚਾ ਹੋਵੇਗੀ, ਕਿਉਂਕਿ ਪਿਊਸ਼ ਗੋਇਲ ਦਾ ਬੈਠਣਾ ਤਾਂ ਰੇਲਾਂ ਦੇ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ। ਕਿਉਂਕਿ ਰੇਲ ਮੰਤਰੀ ਨੇ, ਵੱਡੀ ਗੱਲ ਇਹ ਹੈ ਕਿ ਕੇਂਦਰ ਲਗਾਤਾਰ ਟਾਈਮ ਟਪਾਉਂਦੀ ਨਜ਼ਰ ਆ ਰਹੀ ਸੀ ਕਿ ਜਦੋਂ ਪਹਿਲਾਂ ਕਿਸਾਨਾਂ ਨੇ ਇੱਕ ਸਮਾਂ ਦਿੱਤਾ ਸੀ ਹਫ਼ਤੇ ਵਾਸਤੇ, ਫਿਰ ਉਹ ਸਮਾਂ 20 ਨਵੰਬਰ ਤੱਕ ਵਧਾ ਦਿੱਤਾ ਗਿਆ ਕਿ ਜਿਹੜੀ ਮਾਲ ਗੱਡੀਆਂ ਤੁਸੀਂ ਚਲਾ ਲਓ। ਪਰ ਕੇਂਦਰ ਕਹਿੰਦੀ ਸੀ ਕਿ ਟਰੈਕ ਖਾਲੀ ਕਰਵਾਓ। ਟਰੈਕ ਖਾਲੀ ਕਰਵਾ ਕੇ ਕਿਸਾਨਾਂ ਨੇ ਪਲੇਟਫਾਰਮ ਤੇ ਆ ਗਏ। ਪਲੇਟਫਾਰਮ ਤੇ ਨਹੀਂ ਬਿਠਾਉਣਾ ਜੀ। ਉੱਥੇ ਖਦਸ਼ੇ ਜਤਾਏ ਜਾ ਰਹੇ ਸੀ, ਸ਼ੱਕ ਜਤਾਏ ਜਾ ਰਹੇ ਸੀ ਕਿ ਪੈਸੰਜਰਾਂ ਨੂੰ, ਜਿਹੜਾ ਕਿ ਜੋ ਮੁਸਾਫਿਰ ਨੇ ਉਹਨਾਂ ਨੂੰ ਦਿੱਕਤ ਹੋ ਸਕਦੀ ਹੈ, ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ। ਜਦ ਕਿ ਹੁਣ ਤੱਕ ਜੋ ਸੰਘਰਸ਼, ਅੱਜ 45ਵਾਂ ਦਿਨ ਹੋ ਗਿਆ, ਹੁਣ ਤੱਕ ਸੰਘਰਸ਼ ਦੇ ਵਿੱਚ ਕੋਈ ਵੀ ਹਿੰਸਕ ਗੱਲ ਨਹੀਂ ਹੋਈ। ਪਤਾ ਨਹੀਂ ਤਾਂ ਇਹ ਕੇਂਦਰ ਸਰਕਾਰ ਕੀ ਰਵੱਈਆ ਰੱਖਦੀ ਹੈ ਜੋ ਵਾਰ-ਵਾਰ ਜਿੱਤ ਤੇ ਅੜੀ ਹੋਈ ਹੈ। ਸੋ ਜੇਕਰ ਤੁਸੀਂ ਗੱਲ ਕਰਦੇ ਹੋ ਵਪਾਰੀਆਂ ਤੇ ਕਿਸਾਨਾਂ ਦੇ ਵਿੱਚ ਫੁੱਟ ਪਵਾਉਣ ਦੀ, ਤਾਂ ਇਹ ਚਾਲਾਂ ਚੱਲੀਆਂ ਜ਼ਰੂਰੀ ਹੋ ਜਾਂਦੀਆਂ ਨੇ ਸਿਆਸਤ ਦੇ ਵਿੱਚ ਜਦੋਂ ਸੰਘਰਸ਼ ਵੱਡੇ ਹੋ ਜਾਂਦੇ ਨੇ। ਸੋ ਕੇਂਦਰ ਵੀ ਕਿਤੇ ਨਾ ਕਿਤੇ ਉਹੀ ਕਰਦੇ ਹੋਏ ਨਜ਼ਰ ਆ ਰਹੀ ਹੈ ਜਦੋਂ ਇਹ ਗੱਲ ਕਹਿ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਜ਼ਿਆਦਾ ਆ। ਜਦ ਕਿ ਜੇਕਰ ਅਸੀਂ ਗੱਲ ਕਰ ਲਈਏ ਸਰਵਿਆਪੀ ਚੱਕਾ ਜਾਮ ਦੀ ਗੱਲ ਕਰ ਲਈਏ ਜੋ ਬੀਤੇ ਦਿਨੀ ਪਿੱਛੇ ਲੱਗਿਆ ਸੀ, ਤਾਂ ਤਕਰੀਬਨ ਪੰਜਾਬ ਦੇ ਵਿੱਚ 100 ਤੋਂ ਵੱਧ ਥਾਵਾਂ ਤੇ ਚੱਕਾ ਜਾਮ ਹੋਇਆ। ਹਰਿਆਣਾ ਦੇ ਵਿੱਚ ਤਕਰੀਬਨ 30 ਥਾਵਾਂ ਦੱਸੀਆਂ ਜਾ ਰਹੀਆਂ ਨੇ। ਤੇ ਹੋਰ ਜੋ ਬਾਕੀ ਸੂਬੇ ਨੇ ਦੇਸ਼ ਦੇ 250 ਤੋਂ ਵੱਧ ਜਥੇਬੰਦੀਆਂ ਨੇ ਜਿਨ੍ਹਾਂ ਨੇ ਮਿਲ ਕੇ ਚੱਕਾ ਜਾਮ ਕੀਤਾ ਸੀ। ਸੋ 4-5 ਘੰਟੇ ਦਾ ਉਹ ਚੱਕਾ ਜਾਮ ਕਿਤੇ ਨਾ ਕਿਤੇ ਦੇਸ਼ ਦੀ ਤਾਕਤ, ਜਿਹੜੀ ਕਿ ਸਰਕਾਰੀ ਤਾਕਤ ਹੈ ਜਾਂ ਸਰਕਾਰ ਦੇ ਤਖਤ ਤੇ ਬੈਠੀ ਹੈ, ਉਹ ਤਾਕਤਾਂ ਨੂੰ ਹਿਲਾਉਣ ਦੇ ਵਿੱਚ ਕਾਮਯਾਬ ਸਾਬਤ ਹੁੰਦੀ ਨਜ਼ਰ ਆ ਰਹੀ ਹੈ, ਜਿਹਦੇ ਕਰਕੇ ਹੁਣ ਮੰਤਰੀ ਆਪ ਬੈਠਕਾਂ ਬੁਲਾ ਰਹੇ ਨੇ। ਪਰ ਜਦੋਂ ਮਾਲ ਗੱਡੀਆਂ ਨਹੀਂ ਚੱਲਣਗੀਆਂ ਤਾਂ ਕਰੋੜਾਂ ਦਾ ਮਾਲ ਹੈ ਜੋ
ਪੰਜਾਬ 'ਚ ਤਿਆਰ ਪਿਆ ਹੈ ਵਪਾਰੀਆਂ ਦਾ, ਉਹ ਵਪਾਰ ਕਿਵੇਂ ਹੋਵੇਗਾ, ਜਾਂ ਫਿਰ ਇਸ ਵਕਤ ਅਸੀਂ ਕੋਲੇ ਦੀ ਗੱਲ ਕਰ ਲਈਏ ਜਾਂ ਬਿਜਲੀ ਦੀ ਗੱਲ ਕਰਦੇ ਹਾਂ ਤਾਂ ਉਸ ਤੋਂ ਬਾਅਦ ਖਾਦ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਚੀਜ਼ਾਂ ਲੈ ਕੇ ਹਰ ਇੱਕ ਵਰਗ ਆ ਜੋ ਪ੍ਰਭਾਵਿਤ ਹੋ ਰਿਹਾ ਹੈ। ਤਾਂ ਕਿਤੇ ਨਾ ਕਿਤੇ ਹੁਣ ਜ਼ਿੰਮੇਵਾਰੀ ਹੈ ਜੋ ਕਿਸਾਨਾਂ ਤੇ ਸੁੱਟੀ ਜਾ ਰਹੀ ਹੈ ਕਿ ਕਿਸਾਨ ਨਹੀਂ ਹਿੱਲ ਰਹੇ, ਕਿਸਾਨ ਟਰੈਕ ਤੋਂ ਪਾਸੇ ਨਹੀਂ ਹੋ ਰਹੇ, ਜਿਹਦੇ ਕਰਕੇ ਇਹ ਦਿੱਕਤ ਆ ਰਹੀ ਆ। ਸੋ ਵੱਡੀ ਗੱਲ ਇਸ ਵਕਤ ਇਹੀ ਹੈ ਕਿ ਕਿਤੇ ਨਾ ਕਿਤੇ ਤਾਰ ਪੀੜੋ ਕਰਨ ਦੀ ਕੋਸ਼ਿਸ਼ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਹੈ ਸੰਘਰਸ਼ ਦੀ, ਤੇ ਇਹ ਵੀ ਕਿਆਸ ਰਾਈਆਂ ਨੇ ਕਿ ਅੱਜ ਜੋ ਕਿਸਾਨਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ ਉੱਥੇ ਬੈਠਕ ਦੇ ਵਿੱਚ ਬੁਲਾਇਆ ਗਿਆ ਆ ਤੇ ਉਹਨਾਂ ਨਾਲ ਕੁਝ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਹੋਣਗੀਆਂ ਕਿ ਸੰਘਰਸ਼ ਨੂੰ ਮੱਠਾ ਪਾਇਆ ਜਾ ਸਕੇ, ਸੰਘਰਸ਼ ਨੂੰ ਖਤਮ ਕੀਤਾ ਜਾ ਸਕੇ। ਜੀ ਤੁਸੀਂ ਗੱਲ ਕਰ ਰਹੇ ਹੋ ਸੰਘਰਸ਼ ਨੂੰ ਖਤਮ ਕਰਨ ਦੀ, ਪਰ ਜੇਕਰ ਆਪਾਂ ਦੇਖੀਏ ਤਾਂ ਕੇਂਦਰ ਸਰਕਾਰ ਦੇ ਵੱਲੋਂ ਮੀਟਿੰਗ ਦੇ ਲਈ ਤਾਂ ਸੱਦ ਲਿਆ ਗਿਆ ਤੇ ਦੂਸਰੇ ਪਾਸੇ ਅੱਜ ਦਿੱਲੀ ਪੁਲਿਸ ਦੇ ਵੱਲੋਂ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਦਿੱਲੀ ਦੇ ਵਿੱਚ 144 ਧਾਰਾ ਲਗਾ ਦਿੱਤੀ ਗਈ, ਕਿਸਾਨ ਜਥੇਬੰਦੀਆਂ ਉੱਥੇ ਜਾ ਕੇ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦੀਆਂ। 26 ਅਤੇ 27 ਨਵੰਬਰ ਨੂੰ ਪਹਿਲਾਂ ਹੀ ਦਿੱਲੀ ਜਾਣ ਦੀ ਗੱਲ ਕਹਿ ਚੁੱਕੇ ਨੇ ਕਿਸਾਨ। ਚਲੋ ਦਿੱਲੀ ਦਾ ਨਾਰਾ ਦਿੱਤਾ ਗਿਆ ਸੀ, ਅੰਦੋਲਨ ਕਰਨ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦੇ ਵਿੱਚ ਕਿ ਤਕਰੀਬਨ 500 ਜਥੇਬੰਦੀਆਂ ਨੇ ਜਾਣਾ ਸੀ, ਕਿਸਾਨ ਜਥੇਬੰਦੀਆਂ ਨੇ ਪਰਿਵਾਰਾਂ ਦੇ ਸਮੇਤ ਜਾਣਾ ਸੀ। ਇਹ ਵੀ ਕਿਹਾ ਗਿਆ ਸੀ ਕਿ ਉਹ ਆਪਣੇ ਟੈਂਟ ਨਾਲ ਲੈ ਕੇ ਜਾਣਗੇ, ਖਾਣ ਪੀਣ ਦਾ ਸਮਾਨ ਨਾਲ ਲੈ ਕੇ ਜਾਣਗੇ ਤੇ ਇੱਕ ਵੱਡਾ ਸੰਘਰਸ਼ ਦਿੱਲੀ ਦੇ ਵੱਲ 26 ਤੋਂ 27 ਨਵੰਬਰ ਨੂੰ ਜਾਵੇਗਾ। ਤੇ ਇੱਕ ਪਾਸੇ ਤਾਂ ਬੈਠਕ ਦੇ ਲਈ ਬੁਲਾਵਾ ਭੇਜਿਆ ਜਾਂਦਾ ਹੈ, ਦੂਸਰੇ ਪਾਸੇ ਉਸੇ ਹੀ ਸਮੇਂ ਤੇ ਇਹ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਦਿੱਲੀ ਦੇ ਵਿੱਚ ਕਿਸਾਨਾਂ ਦੀ ਐਂਟਰੀ ਬੈਨ ਹੋ ਜਾਵੇਗੀ। ਇਸ ਨੂੰ ਕਿਵੇਂ ਦੇਖਦੇ? ਸ਼ਰਨ, ਇਹ ਸੁਭਾਵਿਕ ਗੱਲਾਂ ਨੇ। ਜਦੋਂ ਸਰਕਾਰਾਂ ਨੂੰ ਪਤਾ ਲੱਗਦਾ ਹੈ ਕਿ ਸਾਡੀ ਮੁਖਾਲਫਤ ਹੋਣੀ ਸ਼ੁਰੂ ਹੋ ਗਈ ਹੈ ਤੇ ਇੱਕ ਖਾਸ ਵਰਗ ਮੁਖਾਲਫਤ ਕਰ ਰਿਹਾ ਆ, ਕਿਉਂਕਿ ਅੰਨਦਾਤਾ ਕਹਿੰਦੇ ਆ ਸਿਰਫ ਪੰਜਾਬ ਦੇ ਵਿੱਚ ਕਿਸਾਨ ਨਹੀਂ ਬੈਠਾ, ਇੱਕ ਸਿਰੇ ਤੋਂ ਲੈ ਕੇ ਭਾਰਤ ਦੇ ਦੂਜੇ ਸਿਰੇ ਤੱਕ ਕਿਸਾਨ ਹੀ ਬੈਠੇ ਨੇ। ਸੋ ਜਦੋਂ ਸਭ ਤੋਂ ਵੱਡਾ ਹਿੱਸਾ ਕਿਸਾਨ ਹੈ ਦੇਸ਼ ਦਾ, ਸਭ ਤੋਂ ਵੱਡੀ GDP ਜੇਕਰ ਅਸੀਂ ਇਸ ਗੱਲ ਕਹਿ ਦਈਏ ਕਿ ਗਰੋਥ ਵੀ ਉੱਥੇ ਹੀ ਹੋ ਰਹੀ ਹੈ, ਇਨਕਮ ਦੇ ਵਿੱਚ ਵਾਧਾ ਵੀ ਉਸ ਖੇਤਰ ਵੱਲੋਂ ਹੋ ਰਿਹਾ ਆ, ਤੇ ਜਦੋਂ ਉਹ ਮੁਖਾਲਫਤ ਤੇ ਉਤਰ ਆਵੇ ਤਾਂ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਸੋ ਸਰਕਾਰ ਡਰਦੀ ਹੋਈ ਕਿਤੇ ਨਾ ਕਿਤੇ ਜਿਹੇ ਫੈਸਲੇ ਲੈ ਰਹੀ ਹੈ ਤੇ ਲੈ ਰਹੀ ਆ ਕੋਵਿਡ ਦੀ ਆੜ ਦੇ ਵਿੱਚ। ਅਸੀਂ ਜੇਕਰ ਅਸੀਂ ਪੰਜਾਬ, ਮੈਂ ਇੱਥੇ ਟੋਕਣਾ ਚਾਹੂੰਗੀ, ਕੋਵਿਡ ਦੀ ਆੜ ਦੇ ਵਿੱਚ ਜੇਕਰ ਇਸ ਤਰ੍ਹਾਂ ਕਰ ਰਹੇ ਨੇ ਤਾਂ ਬਿਹਾਰ ਇਲੈਕਸ਼ਨ ਕੁਝ ਹੀ ਸਮੇਂ ਪਹਿਲਾਂ ਹੋਈਆਂ ਨੇ ਤੇ ਉੱਥੇ ਇੰਨੀ ਜ਼ਿਆਦਾ ਜਮਾਵੜਾ ਸੀ, ਇੰਨਾ ਜ਼ਿਆਦਾ ਵੱਡਾ ਇਕੱਠ ਕੀਤਾ ਜਾ ਰਿਹਾ ਸੀ ਔਰ PM ਮੋਦੀ ਖੁਦ ਉਹਨਾਂ ਰੈਲੀਆਂ ਦੇ ਵਿੱਚ ਵੀ ਪਹੁੰਚੇ ਸਨ। ਸਿਰਫ ਤੁਸੀਂ ਬਿਹਾਰ ਦੀ ਗੱਲ ਨਾ ਕਰੋ, ਜਦੋਂ ਰਾਮ ਮੰਦਿਰ ਦੀ ਗੱਲ ਆਉਂਦੀ ਹੈ, ਰਾਮ ਮੰਦਿਰ ਦਾ ਉਦਘਾਟਨ ਹੁੰਦਾ, ਉੱਥੇ ਵੀ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਸਾਨੂੰ। ਧਾਰਮਿਕ ਮਾਮਲਿਆਂ ਦੇ ਵਿੱਚ ਤਾਂ ਹਮੇਸ਼ਾ ਇੱਕ ਟੈਗ ਜੋ ਲੱਗਦਾ ਆ ਭਾਜਪਾ ਸਰਕਾਰ ਤੇ ਕਿ ਇੱਕ ਪੱਖ ਦੀ ਗੱਲ ਕੀਤੀ ਜਾਂਦੀ ਹੈ, ਪਰ ਆਪਣੇ ਪੱਖ ਦੇ ਲਈ ਚਾਹੇ ਬਿਹਾਰ ਦੀਆਂ ਰੈਲੀਆਂ ਹੋ ਗਈਆਂ ਜਾਂ ਕਿਤੇ ਵੀ ਜੋ ਰੈਲੀਆਂ ਕੀਤੀਆਂ ਗਈਆਂ, ਚੁਣਾਵੀ ਰੈਲੀਆਂ ਕੀਤੀਆਂ ਗਈਆਂ, ਉੱਥੇ ਇਹ ਚੀਜ਼ਾਂ ਲਾਗੂ ਨਹੀਂ ਹੁੰਦੀਆਂ। ਹੁਣ ਗੱਲਾਂ ਇਹ ਕਹੀਆਂ ਜਾ ਰਹੀਆਂ ਕਿ ਕੋਰੋਨਾ ਦੁਬਾਰਾ ਵਾਪਸ ਆ ਰਿਹਾ ਆ, ਇਸ ਕਰਕੇ ਇਹ ਜਿਹੜੇ ਕਿ ਨਿਯਮ ਲਾਗੂ ਕੀਤੇ ਗਏ ਨੇ, ਸਖਤਾਈ ਕੀਤੀ ਗਈ ਆ, ਪਰ ਕਿਸਾਨਾਂ ਦੀ ਸਿੱਧੀ ਚੇਤਾਵਨੀ ਆ ਕਿ ਜੇਕਰ ਇਸ ਬੈਠਕ ਦੇ ਵਿੱਚ ਕੋਈ ਗੱਲਬਾਤ ਸਿਰੇ ਨਹੀਂ ਚੜ੍ਹਦੀ, ਹਾਲਾਂਕਿ ਆਸ ਇਹੀ ਆ ਉਹਨਾਂ ਨੂੰ ਕਿ ਗੱਲਬਾਤ ਸਿਰੇ ਨਹੀਂ ਚੜ੍ਹਨੀ, ਪਰ ਜੇਕਰ ਕਿਤੇ ਕੋਈ ਤਣਪੱਤਨ ਨਹੀਂ ਇਹ ਗੱਲ ਲੱਗਦੀ ਤਾਂ 26-27 ਦਾ ਜੋ ਸੰਘਰਸ਼ ਹੈ ਉਹ ਤਿੱਖਾ ਹੋ ਕੇ ਰਹੇਗਾ ਤੇ ਉਹ ਕਰਨਾ ਹੀ ਆ। ਉਹ ਕਿਸਾਨਾਂ ਦਾ ਕਹਿਣਾ ਸੀ, ਪੰਜਾਬ ਦੇ ਖਾਸ ਕਰਕੇ ਕਿਸਾਨਾਂ ਦਾ ਕਹਿਣਾ ਕਿ ਉਹਨਾਂ ਨੇ ਟਰਾਲੀਆਂ ਆਪਣੀਆਂ ਇਸ ਤਰੀਕੇ ਨਾਲ ਤਿਆਰ ਕਰ ਲਈਆਂ ਨੇ ਕਿ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਆਪਣੇ ਪਰਿਵਾਰਾਂ ਸਮੇਤ ਇੱਥੋਂ ਜਾਣਗੇ ਤੇ ਜਿੱਥੇ ਕਿਤੇ ਜਾ ਕੇ ਦਿੱਲੀ ਦੀ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਉੱਥੇ ਜਾ ਕੇ ਉਹ ਧਰਨਾ ਲਾਉਣਗੇ। ਆਪਣੀਆਂ ਟਰਾਲੀਆਂ ਦੇ ਵਿੱਚ ਹੀ ਟੈਂਟ ਦਾ ਸਮਾਨ, ਰਹਿਣ ਦਾ, ਬਿਸਤਰਿਆਂ ਦਾ, ਖਾਣ ਪੀਣ ਦਾ ਸਮਾਨ ਉਹਨੇ ਇਕੱਠਾ ਕਰ ਲਿਆ ਤੇ ਦਿੱਲੀ ਨੂੰ ਬਾਕੀ ਸੂਬਿਆਂ ਦੇ ਨਾਲੋਂ, ਇੱਕ ਤਰ੍ਹਾਂ ਦੇਸ਼ ਦੇ ਨਾਲੋਂ ਤੋੜ ਦੇਣਾ ਆ। ਤੇ ਦਿੱਲੀ ਸਰਕਾਰ ਨੂੰ ਸਿੱਧੀ ਚੇਤਾਵਨੀ ਕਿਸਾਨਾਂ ਵੱਲੋਂ ਹੋ ਚੁੱਕੀ ਹੈ। ਹੁਣ ਦੇਖਣਾ ਇਹ ਹੈ ਕਿ ਹੋਰ ਕਿਸ ਤਰੀਕੇ ਦੇ ਨਾਲ, ਕਿਹੜੇ ਹੱਥਕੰਡੇ ਅਪਣਾਉਂਦੀ ਹੈ ਸਰਕਾਰ ਇਸ ਸੰਘਰਸ਼ ਨੂੰ ਤਾਰ ਪੀੜੋ ਕਰਨ ਦੀ, ਤੇ ਖਾਸ ਕਰਕੇ 26-27 ਦੇ ਨਵੰਬਰ ਦੇ ਜੋ ਮੋਰਚੇ ਨੇ ਉਹ ਤੋਂ ਬਚਣ ਦੀ। ਜੀ, ਇੱਕ ਬੌਖਲਾਹਟ ਦੇ ਵਿੱਚ ਆ ਕੇ ਕੇਂਦਰ ਸਰਕਾਰ ਜੇਕਰ ਇਸ ਤਰ੍ਹਾਂ ਦੇ ਕੰਮ ਕਰ ਰਹੀ ਹੈ, ਫੈਸਲੇ ਲੈ ਰਹੀ ਹੈ, ਉਸ ਤੋਂ ਬਾਅਦ 26 ਤੇ 27 ਨਵੰਬਰ ਨੂੰ ਜਿਹੜਾ ਅੰਦੋਲਨ ਸ਼ੁਰੂ ਕਰਨਾ ਹੈ ਕਿਸਾਨਾਂ ਨੇ, ਉਸ ਨੂੰ ਠੰਡਾ ਪਾਉਣ ਦੇ ਲਈ ਇਸ ਤਰ੍ਹਾਂ ਦੀ ਹਰਕਤ ਕਰ ਰਹੀ ਹੈ, ਤਾਂ ਦੂਸਰੇ ਪਾਸੇ ਕਿਸਾਨ, ਤੁਹਾਨੂੰ ਲੱਗਦਾ ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਉਹ ਸਭ ਕੁਝ ਦੇਖਦੇ ਹੋਏ ਹੀ ਡਿਸੀਜਨ ਲਵੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਭ ਕੁਝ ਜੇਕਰ ਅਸੀਂ ਖਤਮ ਕਰਨਾ ਹੈ ਤਾਂ ਕਿਸਾਨਾਂ ਦੀ ਗੱਲ ਕਿਤੇ ਨਾ ਕਿਤੇ ਮੰਨਣੀ ਪਵੇਗੀ। ਤੇ ਕਿਸਾਨ ਆਪਣੀਆਂ ਦੋ ਮੰਗਾਂ ਹੋਰ ਲੈ ਕੇ ਨਾਲ ਗਏ ਨੇ, ਇੱਕ ਤਾਂ ਬਿਜਲੀ ਦੇ ਬਿੱਲ ਹੈ ਤੇ ਦੂਸਰਾ ਪਰਾਲੀ ਨੂੰ ਸਾੜਨ ਨੂੰ ਲੈ ਕੇ ਜਿਹੜਾ 1 ਕਰੋੜ ਰੁਪਇਆ ਜੁਰਮਾਨਾ ਤੈਅ ਕਰ ਦਿੱਤਾ ਗਿਆ। ਪਤਾ ਨਹੀਂ ਕਿਸ ਕਦਰ ਇਹਨਾਂ ਨੇ, ਕੇਂਦਰ ਸਰਕਾਰ ਨੇ ਇਹ ਫੈਸਲਾ ਸੁਣਾ ਦਿੱਤਾ, ਕਿਸਾਨਾਂ ਤੇ ਥੋਪਣ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਨਵਾਂ ਹੀ ਫੈਸਲਾ। ਆ ਸਾਰੀਆਂ ਗੱਲਾਂ ਨੂੰ ਲੈ ਕੇ ਕਿਸਾਨ ਉੱਥੇ ਇੱਕ ਵਾਰ ਫੇਰ ਤੋਂ ਪਹੁੰਚੇ ਨੇ। ਤੁਹਾਨੂੰ ਲੱਗਦਾ ਹੈ ਕਿ ਹੁਣ ਕੇਂਦਰ ਸਰਕਾਰ 26 ਤੇ 27 ਨਵੰਬਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਦਾ ਫੈਸਲਾ ਲਵੇਗੀ? ਬਿਲਕੁਲ ਸ਼ਰਨ, ਇਹ ਧਿਆਨ ਦੇ ਵਿੱਚ ਸਰਕਾਰ ਦੇ ਹੈ, ਜਾਂ 26-27 ਦਾ ਨਹੀਂ, ਸਗੋਂ ਕਿ ਜਦੋਂ ਦੇ ਸੰਘਰਸ਼ ਸ਼ੁਰੂ ਹੋ ਰਹੇ ਨੇ ਉਦੋਂ ਵੀ ਇਹ ਗੱਲਾਂ ਸਾਹਮਣੇ ਆ ਰਹੀਆਂ ਸੀ BJP ਸਰਕਾਰ ਦੀਆਂ ਕਿ ਕਿਸਾਨਾਂ ਦੇ ਲਾਹੇ ਦੇ ਲਈ ਆ। ਤੇ ਵਾਰ-ਵਾਰ ਇਹ ਬਿਆਨ, ਮੈਂ ਕਹਿ ਦਵਾਂ, ਇਹ ਬਿਆਨ ਆ ਰਹੇ ਸੀ ਕਿ
ਮਾਓਵਾਦੀ ਨੇ, ਅੱਤਵਾਦੀ ਨੇ, ਜਾਂ ਫਿਰ ਕਿਸਾਨ ਜੋ ਇਸ ਵਕਤ ਨਕਸਲ ਅਰਬਨ ਨਕਸਲਵਾਦ ਹੈ, ਤੇ ਕਾਂਗਰਸ ਦੀ ਸ਼ਹਿਦ ਤੇ ਹੋ ਰਿਹਾ ਸਭ ਕੁਝ। ਸਿਆਸੀ ਬਿਆਨਬਾਜ਼ੀਆਂ ਜਾਂ ਸਿਆਸੀ ਸ਼ਹਿਦ ਹੀ ਉਹ ਜਿਹੜਾ ਨਾਮ ਦਿੱਤਾ, ਟੈਗ ਦਿੱਤਾ ਜਾ ਰਿਹਾ, ਤਾਂ ਉਹ ਕਿਤੇ ਨਾ ਕਿਤੇ ਤਾਰ-ਪੀੜੋ ਕਰਨ ਦੀ ਕੋਸ਼ਿਸ਼ ਹੈ। ਪਰ ਜਦੋਂ ਵਾਰ-ਵਾਰ ਇਹ ਕਹੇ ਜਾ ਰਹੇ ਨੇ ਕਿ ਕਿਸਾਨਾਂ ਦੀ ਜਿੱਤ ਹੋਊਗੀ ਬਿਹਾਰ ਦੇ ਵਿੱਚ, ਜਦ ਕਿ ਵੱਡੀ ਚੀਜ਼ ਇਹ ਹੈ ਕਿ ਜਿਹੜੀ ਪਾਰਟੀ ਜਿੱਤੀ ਹੈ ਉਹਨੂੰ ਸਿਰਫ 35% ਦੀ ਵੋਟਾਂ ਪਈਆਂ ਨੇ। ਜਿਹੜੀਆਂ ਪਾਰਟੀਆਂ ਅੱਗੇ ਸਭ ਤੋਂ ਵੱਡੀ ਪਾਰਟੀ ਦੀ ਗੱਲ ਕਰ ਲਈਏ ਬਿਹਾਰ ਦੇ ਵਿੱਚ, ਉਹਨੂੰ ਜ਼ਿਆਦਾ ਵੋਟਾਂ ਪਈਆਂ ਨੇ। ਸੋ ਇਹ ਜ਼ੁਮਲੇ ਨੇ ਇਸ ਵਕਤ ਸਿਰਫ। ਤੇ ਬਾਕੀ ਜੇਕਰ ਤੁਸੀਂ ਗੱਲ ਕਰਦੇ ਹੋ ਕਿ 26-27 ਨਵੰਬਰ ਦੇ ਜੀ ਬਿਲਕੁਲ ਕੋਸ਼ਿਸ਼ਾਂ ਹੋਣਗੀਆਂ, ਅੱਜ ਬਿਲਕੁਲ ਦਬਾਅ ਪਾਇਆ ਜਾਵੇਗਾ। ਜੇਕਰ ਅਸੀਂ ਇਸ ਵਕਤ ਕੇਂਦਰ ਦੀ ਗੱਲ ਕਰ ਲਈਏ ਤਾਂ ਕੱਲ ਜਦੋਂ ਕਿਸਾਨਾਂ ਨੂੰ ਗੱਲ ਕੀਤੀ ਗਈ ਕਿ ਰਾਜਨਾਥ ਨਾਲ ਬਲਬੀਰ ਸਿੰਘ ਰਾਜੇਵਾਲ ਦੀ ਗੱਲ ਹੁੰਦੀ ਹੈ, ਤਾਂ ਕਿਸਾਨ ਵੀ ਚੁੱਪੀ ਵੱਟਦੇ ਨਜ਼ਰ ਆਏ, ਜਦ ਕਿ ਬਲਬੀਰ ਸਿੰਘ ਰਾਜੇਵਾਲ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਮੇਰੀ ਰਾਜਨਾਥ ਨਾਲ ਫੋਨ ਤੇ 20 ਮਿੰਟ ਗੱਲ ਨਹੀਂ ਹੋਈ, ਜਾਂ ਕਿ ਗੱਲ 20 ਮਿੰਟ ਛੱਡੋ ਕਿ 1 ਮਿੰਟ ਗੱਲ ਵੀ ਨਹੀਂ ਹੋਈ। ਸੋ ਜਿਹੜੀਆਂ ਉਹ ਗੱਲਾਂ ਕੀਤੀਆਂ ਜਾ ਰਹੀਆਂ ਨੇ, ਜਿਹੜੀਆਂ ਉਹ ਮਿੱਠੀਆਂ ਗੋਲੀਆਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਿਰਫ ਇਹੀ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਵਰਗਲਾ ਕੇ ਉਹਨਾਂ ਤੇ ਦਬਾਅ ਪਾ ਲਿਆ ਜਾਵੇ, ਤੇ ਜੋ ਸੰਘਰਸ਼ ਉਹਨਾਂ ਵੱਲੋਂ ਜਾਂ ਜੋ ਸਿਰ ਚੁੱਕ ਰਿਹਾ ਹੈ ਇਸ ਵਕਤ, ਜੋ ਸੰਘਰਸ਼ ਇਸ ਵਕਤ ਵੱਡਾ ਹੋ ਰਿਹਾ, ਉਹਨੂੰ ਕਿਤੇ ਨਾ ਕਿਤੇ ਤੋੜਿਆ ਜਾਵੇ। ਇਸੇ ਗੱਲਾਂ ਕਰਕੇ ਤਾਂ ਇਹ ਕਿਹਾ ਜਾ ਰਿਹਾ ਕਿ ਅਸੀਂ ਇਸ ਵਕਤ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਬੁਲਾਇਆ। ਹੁਣ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਜੋ ਸੂਤਰਾਂ ਦੇ ਮੁਤਾਬਿਕ ਉੱਥੇ ਕਿ ਬੀਜੇਪੀ ਦੇ ਅਧਿਕਾਰੀ ਵੀ ਗਏ ਨੇ, ਪੰਜਾਬ ਦੇ ਅਧਿਕਾਰੀ ਵੀ ਗਏ ਨੇ, ਤੇ ਇਹ ਵੀ ਗੱਲਾਂ ਉੱਥੇ ਹੋ ਰਹੀਆਂ ਨੇ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਸਪੈਸ਼ਲ ਰਾਇਤਾਂ ਦਿੱਤੀਆਂ ਜਾ ਸਕਦੀਆਂ ਨੇ ਇਸ ਬਿੱਲ ਦੇ ਵਿੱਚੋਂ। ਪਰ ਇਹ ਰਾਇਤਾਂ ਹੋਣਗੀਆਂ ਕੀ? ਸਿਰਫ ਪੰਜਾਬ ਦੇ ਕਿਸਾਨਾਂ ਨੂੰ ਜਾਂ ਹਰਿਆਣਾ ਦੇ ਕਿਸਾਨਾਂ ਨੂੰ ਕਿਉਂ ਹੈ ਜਾਣਬੁੱਝ ਕੇ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੱਲ ਕਹੀ ਜਾ ਰਹੀ ਹੈ ਕਿ ਸਿਰਫ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੰਘਰਸ਼, ਹੋਰ ਕਿਸੇ ਸੂਬੇ ਦੇ ਵਿੱਚ ਨਹੀਂ ਹੈ। ਪਰ ਜਦੋਂ 250 ਤੋਂ ਵੱਧ ਜਥੇਬੰਦੀਆਂ ਦੇਸ਼ ਵਿਆਪੀ ਚੱਕਾ ਜਾਮ ਕਰਦੀਆਂ ਨੇ, ਤੇ ਉਹਦੀ ਗੂੰਜ ਇਸ ਵਕਤ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਨੂੰ ਤਿਆਰ ਜ਼ਰੂਰ ਹੈ। ਜੀ ਰਾਇਤਾਂ ਦੀ ਗੱਲ ਇਸ ਕਰਕੇ ਵੀ ਕੀਤੀ ਜਾ ਰਹੀ ਸੀ ਕਿਉਂਕਿ ਪਹਾੜੀ ਇਲਾਕੇ ਦੀ ਆਪਾਂ ਜੇਕਰ ਦੇਖ ਲਈ ਹਿਮਾਚਲ ਪ੍ਰਦੇਸ਼, ਉਹਨਾਂ ਨੂੰ ਖਾਸ ਰਾਇਤਾਂ ਦਿੱਤੀਆਂ ਜਾਂਦੀਆਂ ਨੇ। ਉਸੇ ਦੇ ਤਰਜ਼ ਤੇ ਕਿਹਾ ਗਿਆ ਕਿ ਪੰਜਾਬ ਅਤੇ ਹਰਿਆਣਾ ਦੇ ਵੀ ਸਭ ਤੋਂ ਜ਼ਿਆਦਾ ਕਿਸਾਨ ਹੈ, ਸਭ ਤੋਂ ਜ਼ਿਆਦਾ ਅੰਨ ਇੱਥੇ ਉਗਾਇਆ ਜਾਂਦਾ ਹੈ, ਇਸ ਕਰਕੇ ਇਹਨਾਂ ਨੂੰ ਰਿਆਇਤਾਂ ਮਿਲਣੀਆਂ ਚਾਹੀਦੀਆਂ ਨੇ। ਇਹ ਡਿਮਾਂਡ ਰੱਖੀ ਜਾ ਰਹੀ ਸੀ। ਉਹਦੇ ਵਿੱਚ ਕਿਹੋ ਜਿਹੀਆਂ ਰਿਆਇਤਾਂ ਹੋ ਸਕਦੀਆਂ ਨੇ ਵੈਸੇ ਜੇਕਰ ਆਪਾਂ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਚੱਲੀਏ? ਤੇ ਦੂਸਰੀ ਸਭ ਤੋਂ ਵੱਡੀ ਗੱਲ ਇਹ ਵੀ ਮੈਂ ਪੁੱਛਣਾ ਚਾਹੂੰਗੀ ਸੁਰਖਾਬ ਕਿ ਪੰਜਾਬ ਸਰਕਾਰ ਦੇ ਵਿਰੁੱਧ ਵੀ ਕਿਸਾਨ ਸੰਘਰਸ਼ ਕਰਨ ਦੀ ਗੱਲ ਕਰ ਸਕਦੇ ਨੇ, ਕਿਉਂਕਿ ਬੀਤੇ ਦਿਨ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਗੰਨੇ ਦਾ ਬਕਾਇਆ ਪਿਛਲੇ ਸਾਲ ਤੋਂ ਹੀ ਨਹੀਂ ਦਿੱਤਾ ਜਾ ਰਿਹਾ। ਗੰਨੇ ਦਾ ਬਕਾਇਆ ਅਸਲ 'ਚ ਸ਼ਰਨ ਸਮਝਣ ਦੀ ਲੋੜ ਹੈ। ਗੰਨਾ ਦੀ ਜਿਹੜੀ ਖੇਤੀ ਆ ਨਾ, ਉਹ ਕਾਂਟਰੈਕਟ ਫਾਰਮਿੰਗ ਆ। ਉਹ ਜਿਹੜੀਆਂ ਮਿੱਲਾਂ ਨੇ, ਸ਼ੂਗਰ ਮਿੱਲਾਂ ਨੇ, ਉਹ ਕਾਂਟਰੈਕਟ ਦੇ ਜ਼ਰੀਏ ਹੀ ਕੰਮ ਕਰਦੇ ਨੇ, ਤੇ ਕਿਸਾਨਾਂ ਨੂੰ ਸਿਰਫ 1 ਸਾਲ ਨਹੀਂ, ਕਈ ਵਾਰ 3-3 ਸਾਲ ਜਿਹੜਾ ਕਿ ਇਹ ਉਡੀਕ ਕਰਨੀ ਪੈਂਦੀ ਆ ਪੇਮੈਂਟ ਦੇ ਲਈ। ਸੋ ਪਿਛਲੀ ਬਕਾਇਆ ਰਾਸ਼ੀ ਜਿਹੜੀ ਕਿ ਹਜੇ ਤੱਕ ਕਿਸਾਨਾਂ ਨੂੰ ਨਹੀਂ ਮਿਲੀ, ਤਾਂ ਆਪਣੀਆਂ ਉਹ ਮੰਗਾਂ ਮਨਵਾਉਣ ਦੇ ਲਈ ਪੰਜਾਬ ਸਰਕਾਰ ਦੇ ਖਿਲਾਫ ਆ ਜੋ ਸੰਘਰਸ਼ ਵਿੱਢਿਆ ਜਾ ਸਕਦਾ। ਪਰ ਫਿਲਹਾਲ ਕਿਸਾਨ ਇਹ ਕਹਿੰਦੇ ਨੇ ਕਿ ਸਾਡੀ ਲੜਾਈ ਹਜੇ ਕੇਂਦਰ ਦੇ ਨਾਲ ਹੈ, ਪਹਿਲਾਂ ਅਸੀਂ ਵੱਡੀ ਲੜਾਈ ਜਿੱਤ ਲਈਏ, ਉਸ ਤੋਂ ਬਾਅਦ ਪੰਜਾਬ ਸਰਕਾਰ ਨਾਲ ਆਡਾ ਲਾਵਾਂਗੇ। ਤੁਹਾਨੂੰ ਮੈਂ ਗੱਲ ਦੱਸ ਦੇਵਾਂ, ਤੁਸੀਂ ਕਹਿ ਰਹੇ ਹੋ ਕਿ ਕਿਸ ਤਰ੍ਹਾਂ ਦੀ ਰਿਆਇਤਾਂ ਦਿੱਤੀਆਂ ਜਾਣਗੀਆਂ। ਵੱਡੀ ਗੱਲ ਇਹ ਹੈ ਰਿਆਇਤਾਂ ਕਿਸ ਖੇਤਰ ਦੇ ਜ਼ਰੀਏ ਜਾਂ ਕਿਸ ਤਰੀਕੇ ਨਾਲ ਆਉਣਗੀਆਂ, ਕਿਉਂਕਿ ਨਿਤਨ ਗਡਕਰੀ ਦੇ ਬਿਆਨ ਨੂੰ ਅਸੀਂ ਬਿਲਕੁਲ ਵੀ ਅੱਖਾਂ ਤੋਂ ਓਹਲੇ ਨਹੀਂ ਕਰ ਸਕਦੇ। ਨਿਤਨ ਗਡਕਰੀ ਕਹਿੰਦੇ ਨੇ ਕਿ ਹੁਣ ਝੋਨੇ ਦੇ ਤੇ ਕਣਕ ਦੇ ਭੰਡਾਰ ਬਹੁਤ ਜ਼ਿਆਦਾ ਹੋ ਚੁੱਕੇ ਨੇ, ਤੇ ਜੇਕਰ ਅਸੀਂ ਬਾਕੀ ਸੂਬਿਆਂ ਦੀ ਗੱਲ ਕਰ ਲਈਏ ਪੈਦਾਵਾਰ ਦੀ, ਪੰਜਾਬ ਦੇ ਵਿੱਚ ਅੱਜ ਵੀ ਐਮਪੀ ਦੀ ਕਣਕ 3500 ਰੁਪਇਆ ਕੁਇੰਟਲ ਦੇ ਹਿਸਾਬ ਨਾਲ ਵਿਕਦੀ ਹੈ, ਜਦ ਕਿ ਪੰਜਾਬ ਦੀ ਕਣਕ ਜੋ ਅਜੇ 2021 ਜਾ ਕੇ ਜੋ ਐਮਐਸਪੀ ਮਿਲਣੀ ਹੈ 1975 ਮਿਲਣੀ ਆ, ਜੋ ਹਜੇ ਸੰਭਾਵਨਾ ਹੈ ਕਿ ਮਿਲਣੀ ਹੈ ਕਿ ਨਹੀਂ ਮਿਲਣੀ, ਜੋ ਸਰਕਾਰ ਵੱਲੋਂ ਵਧਾਈ ਗਈ ਆ। ਸੋ ਜੇਕਰ ਪੰਜਾਬ ਦੇ ਖੁਦ ਲੋਕ ਬਾਕੀ ਸੂਬਿਆਂ ਦੀਆਂ ਜਾਂ ਹੋਰ ਸੂਬਿਆਂ ਦੀਆਂ, ਰਾਜਸਥਾਨ ਦੀ ਐਮਪੀ ਦੀ ਕਣਕ ਖਾ ਰਹੇ ਨੇ, ਤਾਂ ਪੰਜਾਬ ਦੀ ਕਣਕ ਨੂੰ ਕੌਣ ਖਰੀਦੇਗਾ? ਵੱਡਾ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਪੰਜਾਬ ਵਿੱਚ ਜੋ ਇਸ ਵਕਤ ਝੋਨੇ ਦੀ ਗੱਲ ਕਰ ਲਈਏ ਤਾਂ ਝੋਨਾ 190 ਲੱਖ ਟਨ ਤੱਕ ਪਹੁੰਚ ਚੁੱਕਿਆ, 190 ਮੀਟ੍ਰਿਕ ਲੱਖ ਟਨ ਤੱਕ ਪਹੁੰਚ ਚੁੱਕਿਆ, ਜੋ ਪੈਦਾਵਾਰ ਵਧੀ ਹੈ ਐਤਕੀ। ਤਾਂ ਉਹ ਇੰਨੇ ਭੰਡਾਰ ਕਿੱਥੋਂ ਕਿਸ ਤਰੀਕੇ ਦੇ ਨਾਲ ਇਹ ਸਟੋਰ ਕੀਤੇ ਜਾਣਗੇ? ਕਿਉਂਕਿ ਤਕਰੀਬਨ ਅਸੀਂ ਜੇ ਅੰਦਾਜ਼ਾ ਲਾ ਲਈਏ ਤਾਂ 65,000 ਕਰੋੜ ਤੱਕ ਸੀਸੀਐਲ ਲਿਮਟ ਜੋ ਬਣਦੀ ਆ 2 ਫਸਲਾਂ ਦੀ, ਖਾਸ ਕਰਕੇ ਸਿਰਫ 2 ਫਸਲਾਂ ਦੀ, ਤਾਂ ਉਹ ਫਸਲਾਂ ਨੂੰ ਸੀਸੀਐਲ ਲਿਮਟ ਕਿਵੇਂ ਜਾਰੀ ਕੀਤੀ ਜਾਵੇਗੀ? ਕਿ ਸਰਕਾਰ ਉਹ ਖਰੀਦ ਜਿਹੜੀ ਸਵਾਲ ਖੜਾ ਹੁੰਦਾ ਹੈ ਕਿ ਉਹ ਖਰੀਦ ਕਰੇਗੀ, ਕਿ ਰਾਇਤਾਂ ਦਿੱਤੀਆਂ ਜਾਣਗੀਆਂ, ਕਿ ਕਿਸਾਨਾਂ ਨੂੰ ਐਮਐਸਪੀ ਵਧਾ ਕੇ ਦਿੱਤੀ ਜਾਵੇਗੀ, ਜਾਂ ਜੋ ਹੋਰ ਗੱਲਾਂ ਕੀਤੀਆਂ ਜਾ ਰਹੀਆਂ ਨੇ 22-23 ਫਸਲਾਂ ਦੀ ਗੱਲ ਹੁੰਦੀ ਹੈ, ਜਾਂ ਸਬਜ਼ੀਆਂ ਦੀ ਗੱਲ ਹੁੰਦੀ ਹੈ ਕਿ ਸਬਜ਼ੀਆਂ ਤੇ ਐਮਐਸਪੀ ਮਿਲੇਗੀ, ਜਾਂ ਕਿਸਾਨਾਂ ਨੂੰ ਕੋਈ ਜਿਹੇ ਮਾਡਲ ਦਿੱਤੇ ਜਾਣਗੇ ਜਿਨ੍ਹਾਂ ਦੇ ਵਿੱਚ ਕਿਸਾਨਾਂ ਦਾ ਭਵਿੱਖ ਆ ਜਿਹੜਾ ਕਿ ਉਹ ਸੁਰੱਖਿਅਤ ਰਵੇ। ਸੋ ਇਹ ਸਵਾਲ ਇੱਥੇ ਖੜੇ ਹੋਣਗੇ। ਪਰ ਜੋ ਰਿਆਇਤਾਂ ਦੀ ਗੱਲ ਕੀਤੀ ਜਾ ਰਹੀ ਹੈ, ਮੈਨੂੰ ਨਹੀਂ ਲੱਗਦਾ ਸ਼ਰਨ ਕੋਈ ਰਿਆਇਤਾਂ ਮਿਲਣਗੀਆਂ ਇੱਦਾਂ ਦੀਆਂ, ਕਿਉਂਕਿ ਜਿਹੜੇ ਕਾਨੂੰਨ ਕੇਂਦਰ ਵੱਲੋਂ ਬਣੇ ਨੇ ਉਹ ਸਾਰੇ ਸੂਬਿਆਂ ਦੇ ਲਈ ਬਣੇ। ਹਾਲਾਂਕਿ ਅਸੀਂ ਜੇ ਗੱਲ ਕਰ ਲਈਏ ਤਾਂ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਉਹ ਕਾਨੂੰਨ ਲਾਗੂ ਹੋਣੇ ਸ਼ੁਰੂ ਹੋ ਚੁੱਕੇ ਨੇ। ਪੰਜਾਬ ਦੇ ਵਿੱਚ ਵੀ ਇਹ ਗੱਲਾਂ ਸਾਹਮਣੇ ਆ ਚੁੱਕੀਆਂ, ਬੋਰ ਦੀ ਮੰਡੀ ਦੇ ਵਿੱਚ ਵੀ ਲਾਗੂ ਹੋਏ ਸੀ, ਜਿਸ ਤੋਂ ਬਾਅਦ ਰੌਲਾ ਪੈਂਦਾ ਆ, ਤਾਂ ਉਸ ਰੌਲੇ ਤੋਂ ਬਾਅਦ ਉਹ ਮਸਲਾ ਠੰਡਾ ਪੈ ਚੁੱਕਿਆ ਹੈ। ਪਰ ਉਹ ਤੁਸੀਂ ਇਹ ਦੇਖੋ ਵੀ ਪੰਜਾਬ ਸਰਕਾਰ ਮਤੇ ਪੇਸ਼ ਕਰ ਰਹੀ ਹੈ, ਲੇਕਿਨ ਹਜੇ ਵੀ ਕੇਂਦਰ ਵੱਲੋਂ ਜੋ ਆਪਣੀ ਜ਼ਿੱਦ ਫੜੀ ਹੋਈ ਹੈ ਉਸ ਜ਼ਿੱਦ ਤੇ ਅੜੀ ਕੇਂਦਰ ਸਰਕਾਰ
ਬਿੱਲ ਲਾਗੂ ਕਰ ਰਹੀ ਹੈ, ਆਪਣੇ ਕਾਨੂੰਨ ਲਾਗੂ ਕਰ ਰਹੀ ਹੈ, ਤੇ ਰਿਆਇਤਾਂ ਦੀ ਗੱਲ ਮੈਨੂੰ ਨਹੀਂ ਲੱਗਦਾ ਵੀ ਕਿਸੇ ਪਾਸਿਓਂ ਕਿਸੇ ਖੂੰਜੇ ਦੇ ਵਿੱਚੋਂ ਕੋਈ ਰਿਆਇਤਾਂ ਨਿਕਲ ਕੇ ਆਉਣਗੀਆਂ ਕਿਸਾਨਾਂ ਨੂੰ ਲਈ, ਤੇ ਕਿਸਾਨ ਖੁਸ਼ ਹੋ ਜਾਣਗੇ। ਤੇ ਲਗਾਤਾਰ ਤੁਸੀਂ ਕਿਹਾ ਕਿ ਗੰਨੇ ਦੀ ਬਕਾਇਆ ਰਾਸ਼ੀ ਇਸ ਕਰਕੇ ਨਹੀਂ ਮਿਲੀ ਕਿਉਂਕਿ ਕੰਟਰੈਕਟ ਫਾਰਮਿੰਗ ਹੁੰਦੀ ਹੈ, ਤੇ ਇਹ ਜਿਹੜਾ ਖੇਤੀ ਕਾਨੂੰਨ ਲਿਆਂਦਾ ਜਾ ਰਿਹਾ ਮੋਦੀ ਸਰਕਾਰ ਦੇ ਵੱਲੋਂ, ਉਸ ਦੇ ਵਿੱਚ ਵੀ ਕੰਟਰੈਕਟ ਫਾਰਮਿੰਗ ਦਾ ਇੱਕ ਕਾਨੂੰਨ ਬਣਾਇਆ ਗਿਆ। ਤਾਂ ਫਿਰ ਜਦੋਂ ਪੰਜਾਬ ਸਰਕਾਰ ਹੀ ਆਪਣੇ ਕਿਸਾਨਾਂ ਦੀ ਬਾਂਹ ਨਹੀਂ ਫੜ ਰਹੀ, ਕੰਟਰੈਕਟ ਫਾਰਮਿੰਗ ਦੇ ਹੁੰਦੇ ਉਹਨਾਂ ਨੂੰ ਬਕਾਇਆ ਰਾਸ਼ੀ ਨਹੀਂ ਦੇ ਰਹੀ, ਤਾਂ ਕੀ ਜਦੋਂ ਉਹ ਕਾਨੂੰਨ ਪੂਰੀ ਤਰ੍ਹਾਂ ਲਾਗੂ ਹੋ ਗਏ ਤੇ ਪੰਜਾਬ ਦੇ ਕਿਸਾਨਾਂ ਨੇ ਮੰਨ ਲਿਆ ਜਾਵੇ ਕਿ ਅੰਦੋਲਨ ਪਿੱਛੇ ਹਟਾ ਲਿਆ, ਤਾਂ ਕੀ ਫਿਰ ਉਹਨਾਂ ਨੂੰ ਕੰਟਰੈਕਟ ਫਾਰਮਿੰਗ ਦੇ ਆਧਾਰ ਦੇ ਉੱਪਰ ਉਹ ਬਾਕੀ ਰਾਸ਼ੀ ਮਿਲੇਗੀ, ਅਤੇ ਮਿਲੇਗੀ ਤਾਂ ਫਿਰ ਕਿਸ ਤਰ੍ਹਾਂ? ਸ਼ਰਨ ਹਾਸੋਹੀਣੀ ਗੱਲ ਆ ਇਹ ਕਿ ਜੋ ਹਜੇ ਪਿਛਲੀਆਂ ਪੈੜਾਂ ਹੀ ਨਹੀਂ ਮਿਟੀਆਂ, ਜੋ ਪਿਛਲੀਆਂ ਪੈੜਾਂ ਜਾਂ ਪਿਛਲੇ ਜ਼ਖਮ ਹੀ ਨਹੀਂ ਜਦੋਂ ਸਾਡੇ ਹਜੇ ਠੀਕ ਹੋਏ, ਤਾਂ ਅਗਲੇ ਜ਼ਖਮਾਂ ਬਾਰੇ ਸੋਚ ਵੀ ਨਹੀਂ ਸਕਦੇ। ਸਾਡੀਆਂ ਪਿਛਲੀਆਂ ਚੀਸਾਂ ਹੀ ਨਹੀਂ ਹਜੇ ਮਿਟ ਰਹੀਆਂ। ਸੋ ਕਦੇ 91 ਕਰੋੜ ਰੁਪਈਆ ਰਹਿ ਜਾਂਦਾ ਹੈ, ਕਦੇ 100 ਕਰੋੜ ਰੁਪਈਆ ਰਹਿ ਜਾਂਦਾ ਮਿਲਾਂ ਦਾ, ਕਦੇ 400 300 ਕਰੋੜ ਦੀ ਪੇਮੈਂਟ ਰਹਿ ਜਾਂਦੀ ਹੈ, ਤੇ ਉਹ ਪੇਮੈਂਟ ਜਿਹੜੀ ਕਿ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ। ਸਰਕਾਰ ਇਸ ਗੱਲ ਦਾ ਬਹਾਨਾ ਲਾ ਦਿੰਦੀ ਹੈ ਕਿ ਸਰਕਾਰੀ ਖਜ਼ਾਨੇ 'ਚ ਪੈਸਾ ਨਹੀਂ ਹੈ। ਤੁਹਾਨੂੰ ਇੱਕ ਮੈਂ ਨੁਕਤਾ ਦੱਸਦਾ ਹਾਂ ਕਿ ਜਦੋਂ ਕੰਟਰੈਕਟ ਗੰਨੇ ਦੀ ਸ਼ੂਗਰ ਮਿਲ ਦਾ ਇੱਕ ਕੰਟਰੈਕਟ ਹੁੰਦਾ ਹੈ ਨਾ, ਤਾਂ ਸ਼ੂਗਰ ਮਿਲ ਨੂੰ ਇੱਕ ਕਾਨੂੰਨ ਬਣਾ ਕੇ ਦਿੱਤਾ ਗਿਆ ਕਿ 14 ਦਿਨਾਂ ਦੇ ਵਿੱਚ ਪੇਮੈਂਟ ਹੈ ਜੋ ਕਿਸਾਨ ਦੀ ਉਹ ਕਰਨੀ ਹੈ। ਪਰ ਮੈਂ ਨਹੀਂ ਮੰਨਦਾ ਵੀ ਅੱਜ ਤੱਕ ਕਿਸੇ ਵੀ ਕਿਸਾਨ ਨੂੰ 14ਵੇਂ ਦਿਨ ਤੱਕ ਪੇਮੈਂਟ ਮਿਲੀ ਹੋਵੇ, ਹਾਲਾਂਕਿ 15ਵੇਂ ਦਿਨ ਵੀ ਮਿਲ ਗਈ ਹੋਵੇ। ਠੀਕ ਹੈ, ਉਹ ਲੰਮਾ ਅਰਸਾ ਧਰਨੇ ਲਾਉਣੇ ਪੈਂਦੇ ਨੇ ਜਾਂ ਹੱਲੇ ਕਰਨੇ ਪੈਂਦੇ, ਹੱਲੇ ਬੋਲਣੇ ਪੈਂਦੇ ਨੇ, ਤੇ ਉਦੋਂ ਬਾਅਦ ਜਾ ਕੇ ਕਿਤੇ ਸੁਣਵਾਈ ਹੁੰਦੀ ਹੈ, ਤੇ ਉਹ ਵੀ ਕਿਸ਼ਤਾਂ ਦੇ ਵਿੱਚ ਸੁਣਵਾਈ ਹੁੰਦੀ ਹੈ। ਤਾਂ ਫਿਰ ਇਸ ਗੱਲ ਤੋਂ ਬਿਲਕੁਲ ਸਾਫ਼ ਹੈ ਕਿ ਕੰਟਰੈਕਟ ਜੇਕਰ ਹੋਏਗੀ, ਇਸੇ ਕਰਕੇ ਇਹਨਾਂ ਕਾਨੂੰਨਾਂ ਦਾ ਵਿਰੋਧ ਪੰਜਾਬ ਦੇ ਕਿਸਾਨ ਕਰ ਰਹੇ ਨੇ। ਬਿਲਕੁਲ ਸ਼ਰਮ, ਕੰਟਰੈਕਟ ਫਾਰਮਿੰਗ ਅਸਲ ਦੇ ਵਿੱਚ ਕੋਈ ਹਜੇ ਤਾਂ ਜਿਹੜੇ ਕੰਟਰੈਕਟ ਫਾਰਮਿੰਗ ਕੋਈ ਪੰਜਾਬ ਦੇ ਵਿੱਚ ਕੋਈ ਪਹਿਲੀ ਵਾਰ ਨਹੀਂ ਆਉਣ ਲੱਗੀ, ਇਹ ਪਹਿਲਾਂ ਵੀ ਚੱਲਦੀ ਆ ਰਹੀ ਹੈ, ਵਰਬਲੀ ਚੱਲਦੀ ਆ ਰਹੀ ਹੈ। ਅਸੀਂ ਬਹੁਤ ਸਾਰੇ ਸਾਡੇ ਵੀਰ ਠੇਕੇ ਤੇ ਖੇਤੀ ਕਰਦੇ ਨੇ, ਉਹ ਕੰਟਰੈਕਟ ਫਾਰਮਿੰਗ ਹੁੰਦਾ ਹੈ, ਪਰ ਉਹ ਮੂੰਹ ਜ਼ਬਾਨੀ ਇੱਕ ਠੇਕਾ ਹੋ ਜਾਂਦਾ, ਜਿਸ ਲੈ ਅਸੀਂ ਇੱਕ ਸਹਿਚਾਰ ਕਹਿ ਦਿੰਦੇ ਹਾਂ, ਭਾਈਚਾਰ ਕਹਿ ਦਿੰਦੇ ਹਾਂ, ਲਿਹਾਜ਼ ਹੁੰਦੀ ਆ, ਉਸ ਤਰੀਕੇ ਨਾਲ ਕੰਟਰੈਕਟ ਕੀਤੀ ਜਾਂਦੀ ਆ। ਉਹ ਸਾਲ ਦਰ ਸਾਲ ਵੱਧਦਾ ਘਟਦਾ ਉਹ ਰਹਿੰਦਾ ਆ, ਜਾਂ ਕਿਤੇ ਨਾ ਕਿਤੇ ਜਦੋਂ ਘਾਟਾ ਪੈ ਜਾਂਦਾ ਹੈ ਤਾਂ ਕੋਈ ਪਰਿਵਾਰ ਦੂਜੇ ਠੇਕੇ ਵਾਲੇ ਪਰਿਵਾਰ ਨੂੰ ਛੱਡ ਵੀ ਦਿੰਦਾ, ਕੋਈ ਵੱਡੀ ਗੱਲ ਨਹੀਂ ਹੈਗੀ ਇਹ। ਪਰ ਜਿਹੜੀਆਂ ਕੰਪਨੀਆਂ ਆਉਣਗੀਆਂ ਜਾਂ ਵੱਡੇ ਧੜੇ ਆਉਣਗੇ, ਤੁਹਾਨੂੰ ਲੱਗਦਾ ਵੀ ਧਨਾੜ ਧੜੇ ਮਾੜੇ ਧਿਰ ਦੀ ਸੁਣਨਗੇ? ਵੱਡਾ ਸਵਾਲ ਤਾਂ ਇੱਥੇ ਖੜਾ ਹੁੰਦਾ ਨਾ ਵੀ ਇਹਦੇ ਵਿੱਚ ਜਿਹੜੀ ਨਿਆਂ ਪ੍ਰਣਾਲੀ ਉਹ ਵੀ ਤੁਸੀਂ ਖਤਮ ਕਰਤੀ, ਤੇ ਉਸ ਤੋਂ ਬਾਅਦ ਜਿਹੜੇ ਧੜੇ ਤੁਸੀਂ ਵੱਡੇ ਲਿਆ ਕੇ ਖੇਤਾਂ ਵਿੱਚ ਬਿਠਾਉਣੇ ਨੇ। ਬਿਲਕੁਲ ਇਹਨਾਂ ਗੱਲਾਂ ਤੋਂ ਹੀ ਡਰਦੇ ਕਿਸਾਨ ਅੱਜ ਸੜਕਾਂ ਤੇ ਬੈਠੇ ਨੇ, ਕਿਉਂਕਿ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਕਟਾਈ ਦੇ ਸਮੇਂ ਵੀ ਸੜਕਾਂ ਤੇ ਹੀ ਬੈਠੇ ਰਹੇ, ਹੁਣ ਬਿਜਾਈ ਦੇ ਸਮੇਂ ਤੇ ਵੀ ਸੜਕਾਂ ਤੇ ਹੀ ਬੈਠੇ ਆ, ਤੇ ਅਸੀਂ ਇਹਨਾਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਬਿਲਕੁਲ ਵੀ ਨਹੀਂ ਹੋਵਾਂਗੇ। ਇਹੀ ਗੱਲ ਨੂੰ ਲੈ ਕੇ ਉਹ ਇੱਕ ਵਾਰ ਫਿਰ ਤੋਂ ਅੱਜ ਦਿੱਲੀ ਦੇ ਵਿੱਚ ਪਹੁੰਚੇ ਨੇ, ਪਰ ਹੁਣ ਇਹ ਦੇਖਣਾ ਹੋਵੇਗਾ ਕਿ ਦਿੱਲੀ ਸਰਕਾਰ ਕਿਸਾਨਾਂ ਦੀ ਗੱਲ ਸੁਣੇਗੀ ਜਾਂ ਫਿਰ ਨਹੀਂ। ਲਗਾਤਾਰ ਇਸ ਗੱਲ ਦਾ ਵਿਰੋਧ ਕਰਦੇ ਹੋਏ ਕਿਸਾਨ 50ਵੇਂ ਦਿਨ ਦੇ ਵਿੱਚ ਪਹੁੰਚ ਚੁੱਕੇ ਨੇ, ਸੜਕਾਂ ਤੇ ਡਟੇ ਹੋਏ ਨੇ, ਘਰ ਪਰਿਵਾਰ ਛੱਡ ਕੇ ਉਹ ਕਿੰਨਾ ਦੁੱਖ ਅਤੇ ਠੰਡ ਹੰਢਾ ਰਹੇ ਨੇ ਇਸ ਸਮੇਂ ਬੈਠ ਕੇ, ਪਰ ਕੇਂਦਰ ਸਰਕਾਰ ਕਿਸੇ ਵੀ ਗੱਲ ਨੂੰ ਸੁਣਨ ਤੱਕ ਤਿਆਰ ਨਹੀਂ ਹੈ। ਹਾਲੇ ਵੀ ਉਹਨਾਂ ਦਾ ਇਹੀ ਕਹਿਣਾ ਕਿ ਖੇਤੀ ਕਾਨੂੰਨ ਹਰ ਇੱਕ ਦੇ ਲਈ ਲਾਭਦਾਇਕ ਨੇ। ਤਾਂ ਸੁਰਖਾਬ, ਤੁਹਾਨੂੰ ਕੀ ਲੱਗਦਾ? ਜਾਂਦੇ ਜਾਂਦੇ ਇੱਕ ਆਖਰੀ ਸਵਾਲ ਪੁੱਛਣਾ ਚਾਹੂੰਗੀ ਕਿ ਜਦੋਂ ਇਹ ਸਭ ਕੁਝ ਹੋ ਰਿਹਾ ਤੇ ਕਿਸਾਨਾਂ ਨੂੰ ਉੱਥੇ ਬੁਲਾਇਆ ਜਾਂਦਾ, ਟਾਈਮਿੰਗ ਬੜੀ ਮੈਟਰ ਕਰਦੀ ਹੈ। ਇੱਕ ਪਾਸੇ ਬੁਲਾ ਲਿਆ ਜਾਂਦਾ ਹੈ, ਦੂਸਰੇ ਪਾਸੇ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਹੁਣ 26 ਤੇ 27 ਤਰੀਕ ਨੂੰ ਕਿਸੇ ਵੀ ਦਿਨ ਦਿੱਲੀ ਦੇ ਵਿੱਚ ਆ ਕੇ ਅੰਦੋਲਨ ਕਿਸਾਨ ਨਹੀਂ ਕਰ ਸਕਦੇ। ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਜਿਹੜੀਆਂ ਡਿਮਾਂਡਸ ਕਿਸਾਨ ਲੈ ਕੇ ਗਏ ਨੇ ਉਸ ਤੋਂ ਪਹਿਲਾਂ ਹੀ ਕਿਨਾਰਾ ਕਰਕੇ ਬੈਠੇ ਨੇ ਕਿ ਅਸੀਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਆ। ਪਿਛਲੀ ਵਾਰ ਜਦੋਂ 14 ਅਕਤੂਬਰ ਨੂੰ ਕਿਸਾਨ ਦਿੱਲੀ ਗਏ ਸਨ, ਉਸ ਸਮੇਂ ਵੀ ਇਹੀ ਕਿਹਾ ਗਿਆ ਕਿ ਕਿਵੇਂ ਇਹ ਖੇਤੀ ਕਾਨੂੰਨ ਤੁਹਾਡੇ ਲਈ ਲਾਭਦਾਇਕ ਹੋ ਸਕਦੇ ਨੇ। ਉਸ ਸਮੇਂ ਵੀ ਕਿਸਾਨਾਂ ਨੂੰ ਵਾਕਆਊਟ ਕਰਕੇ ਆਣਾ ਪਿਆ ਸੀ, ਪੰਜਾਬ ਦੇ ਸੰਸਦ ਵੀ ਉਹਨਾਂ ਨੂੰ ਵੀ ਵਾਕਆਊਟ ਕਰਕੇ ਆਣਾ ਪਿਆ ਸੀ। ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਹੋ ਰਹੀ ਮੀਟਿੰਗ ਦੇ ਵਿੱਚ ਕੁਝ ਵੀ ਰਿਆਇਤ ਮਿਲੇਗੀ ਕਿਸਾਨਾਂ ਨੂੰ, ਕਿਉਂਕਿ ਸਿੱਟਾ ਨਿਕਲਣ ਦੀ ਹਜੇ ਆਸ ਨਹੀਂ ਕੀਤੀ ਜਾ ਸਕਦੀ? ਰਿਆਇਤ ਗੱਲ ਉੱਥੇ ਖੜੀ ਹੁੰਦੀ ਹੈ ਕਿ ਰਿਆਇਤ ਆਊ ਤਾਂ ਆਊ ਕਿਹੜੇ ਖੂੰਜੇ ਥਾਣੀ ਆਵੇਗੀ, ਇਹ ਸਮਝਣਾ ਪਵੇਗਾ ਸਾਨੂੰ। ਵੱਡੀ ਗੱਲ ਇਹ ਹੈ ਕਿ ਇਸ ਵਕਤ ਪੰਜਾਬ ਦੇ ਬੀਜੇਪੀ ਲੀਡਰ ਹਰਜੀਤ ਗਰੇਵਾਲ ਤੇ ਸੁਰਜੀਤ ਜੈਨੀ, ਜੋ ਤਾਲਮੇਲ ਕਮੇਟੀ ਬਣਾਈ ਗਈ ਸੀ ਉਹਦੇ ਚੇਅਰਮੈਨ ਨੇ, ਉਹ ਵੀ ਨਾਲ ਗਏ ਨੇ, ਤੇ ਉਹ ਪਹਿਲਾਂ ਵੀ ਕਹਿੰਦੇ ਆਏ ਨੇ। ਜੈਨੀ ਦੀ ਗੱਲ ਕਰ ਲਈਏ ਤਾਂ ਉਹ ਕਹਿੰਦੇ ਨਜ਼ਰ ਆਏ ਸੀ ਕਿ 30 ਮਿੰਟਾਂ 'ਚ ਹੱਲ ਹੋ ਜਾਏਗਾ, ਪਰ ਜਿੱਥੇ ਤੱਕ ਬੈਠਕ ਦੀ ਗੱਲ ਕਰ ਲਈਏ ਤਾਂ ਬੈਠਕ ਨੂੰ ਤਕਰੀਬਨ ਘੰਟਾ ਹੋ ਗਿਆ ਆ, ਤੇ 30 ਮਿੰਟ ਤੋਂ ਯਾਨੀ ਕਿ ਉੱਪਰ ਹੋ ਚੁੱਕਿਆ ਸਮਾਂ। ਤੇ ਹੁਣ ਤੁਸੀਂ ਗੱਲ ਕਰਦੇ ਹੋ ਕਿ ਰਾਇਤਾਂ ਦੀ ਜਾਂ ਸੰਘਰਸ਼ ਦੇ ਵਿੱਚ ਜਾਂ ਇਸ ਬਾਤਚੀਤ ਦੇ ਵਿੱਚ ਨਿਕਲ ਕੇ ਕੀ ਆਊਗਾ। ਦੇਖੋ ਸ਼ਰਨ, ਸਿਆਸੀ ਗੱਲਾਂ ਨੇ, ਸਿਆਸੀ ਗੱਲਾਂ ਦੇ ਵਿੱਚ ਕਈ ਤਰ੍ਹਾਂ ਦੇ ਤੋੜ ਮਰੋੜ, ਕਈ ਜੋੜ ਵੀ ਹੁੰਦੇ ਨੇ। ਹੁਣ ਇਹ ਜੋੜ ਕੀ ਹੋਣਗੇ, ਕਿਸ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕੀਤੇ ਜਾਵੇਗਾ, ਤੇ ਕਾਨੂੰਨ ਨੂੰ ਜਦੋਂ ਕਿ ਵਾਪਸ ਲੈਣ ਦੀ ਗੱਲ ਕਰਦੇ, ਰੱਦ ਕਰਨ ਦੀ ਗੱਲ ਕਰਦੇ ਆ, ਮੈਨੂੰ ਨਹੀਂ ਲੱਗਦਾ ਜਿਸ ਤਰੀਕੇ ਨਾਲ ਬਿਆਨ ਬੀਜੇਪੀ ਦੇ ਆਗੂਆਂ ਦੇ ਆਉਂਦੇ ਪਏ ਨੇ ਕਿ ਹਜੇ ਵੀ ਲਾਹੇਵੰਦ ਨੇ, ਹਜੇ ਵੀ ਕਿਸਾਨਾਂ ਦੇ ਫਾਇਦੇ ਲਈ ਨੇ। ਤੇ ਖਾਸ ਕਰਕੇ ਜਦੋਂ ਬਿਹਾਰ ਵਰਗੀ ਜਿੱਤ ਨੂੰ, ਮੱਧ ਪ੍ਰਦੇਸ਼ ਵਰਗੀ ਜਿੱਤ ਨੂੰ ਆਪਣੀ ਇਹ ਕਿਸਾਨਾਂ ਦੀ ਜਿੱਤ ਕਹਿ ਦਿੰਦੇ ਨੇ, ਮੈਨੂੰ ਨਹੀਂ ਲੱਗਦਾ ਵੀ ਅੱਜ ਦੀ ਮੀਟਿੰਗ ਦੇ ਵਿੱਚ ਇਹ ਚੀਜ਼ ਸਾਹਮਣੇ ਨਿਕਲ ਗਿਆ ਕਿ ਅਸੀਂ ਬਿੱਲ ਵਾਪਸ ਲਵਾਂਗੇ। ਹਾਂ, ਰਾਇਤਾਂ ਦੀ ਗੱਲ ਹੋ ਸਕਦੀ ਹੈ, ਰਾਇਤਾਂ ਹੁਣ ਦੇਖਣੀਆਂ ਇਹੀ ਨੇ ਨਾ ਕਿਸ ਤਰੀਕੇ ਨਾਲ ਦੇਣਗੇ, ਕਿ MSP ਵਧਾ ਦਿੰਦੇ ਨੇ ਜਾਂ ਇਹ ਯਕੀਨੀ ਬਣਾ ਦਿੰਦੇ ਨੇ ਕਿ ਖਰੀਦ ਹੋਵੇਗੀ। ਕਿਉਂਕਿ ਅਸੀਂ ਜੇਕਰ ਇਸ ਵਕਤ ਏਜੰਡਾ ਦੇਖ ਲਈਏ ਤਾਂ ਏਜੰਡਾ ਇਹ ਹੈ ਕਿ ਫਸਲ ਨੂੰ ਖਰੀਦ ਬਣਾਉਣਾ, ਫਸਲ ਦੀ ਖਰੀਦ
ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ। ਤੇ ਨਾਲ ਦੀ ਨਾਲ ਜਦੋਂ ਸਰਕਾਰੀ ਮੰਡੀ ਦੇ ਨਾਲ ਪ੍ਰਾਈਵੇਟ ਮੰਡੀ ਖੜੀ ਹੁੰਦੀ ਹੈ ਤਾਂ ਉਹ ਪ੍ਰਾਈਵੇਟ ਮੰਡੀ ਤੇ ਰੋਕ ਲੱਗਦੀ ਹੈ ਜਾਂ ਨਹੀਂ ਲੱਗਦੀ, ਜਾਂ ਉਹ ਸਰਕਾਰ ਦੇ ਅੰਡਰ ਆਉਂਦੀ ਹੈ ਜਾਂ ਨਹੀਂ ਆਉਂਦੀ, ਇਹ ਹਜੇ ਇਸ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ। ਖੈਰ ਮੀਟਿੰਗ ਹਜੇ ਲੰਮਾ ਸਮਾਂ ਚੱਲੇਗੀ। ਬੇਸ਼ੱਕ ਪਿਛਲੀ ਵਾਰੀ ਤਾਂ ਕੁਝ ਕੁ ਮਿੰਟਾਂ ਦੀ ਮੀਟਿੰਗ ਸੀ ਤੇ ਜਦੋਂ ਮੰਤਰੀ ਨਹੀਂ ਪਹੁੰਚੇ ਸੀ ਤਾਂ ਕਿਸਾਨ ਵਾਕਆਊਟ ਕਰਕੇ ਬਾਹਰ ਆਉਂਦੇ ਨੇ, ਪਰ ਹਜੇ ਜਿਹੜਾ ਕਿ ਮੰਤਰੀ ਨਾਲ ਬੈਠੇ ਨੇ ਕਿਸਾਨਾਂ ਦੇ, ਤੇ ਕਿਤੇ ਨਾ ਕਿਤੇ ਲੱਗਦਾ ਜ਼ਰੂਰ ਹੈ ਵੀ ਕਿਸਾਨ ਜੋ ਇੱਥੋਂ ਆਪਣੀਆਂ ਮੰਗਾਂ ਲੈ ਕੇ ਗਏ ਨੇ ਉਹਨਾਂ ਦੀ ਸੁਣਵਾਈ ਜ਼ਰੂਰ ਹੋ ਜਾਏਗੀ। ਕੋਈ ਹੱਲ ਹੋਣਾ ਨਹੀਂ ਹੋਣਾ ਉਹ ਬਾਹਰ ਦੀ ਗੱਲ ਹੈ, ਕਿਉਂਕਿ ਇਹ ਦੋ ਮੰਤਰੀਆਂ ਦੇ ਕੋਲ ਪਾਵਰ ਨਹੀਂ ਹੈਗੀ ਕਿਸੇ ਤਰ੍ਹਾਂ ਦਾ ਹੱਲ ਕੱਢਣ ਦੀ, ਪਰ ਕਿਸਾਨਾਂ ਦੀ ਸੁਣਵਾਈ ਕਿਤੇ ਨਾ ਕਿਤੇ ਜ਼ਰੂਰ ਅੱਜ ਹੋਵੇਗੀ। ਜੀ ਤਾਂ ਦੇਖਿਆ ਜਾਵੇ ਤਾਂ ਦੋ ਹੋਰ ਆਰਡੀਨੈਂਸ ਵੀ ਲੈ ਕੇ ਗਏ ਨੇ ਕਿਸਾਨ। ਉਹਨਾਂ ਦਾ ਕਹਿਣਾ ਸੀ ਕਿ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਅਤੇ ਜਿਹੜਾ ਕੀਤਾ ਗਿਆ ਸੀ ਪਰਾਲੀ ਨੂੰ ਲੈ ਕੇ ਜਿਹੜੀ ਵਿਵਸਥਾ ਕੀਤੀ ਗਈ ਕੇਂਦਰ ਸਰਕਾਰ ਦੇ ਵੱਲੋਂ ਐਟਲੀਸਟ ਉਹ ਵਾਪਸ ਲਈ ਜਾ ਸਕੇ। ਤਾਂ ਦੇਖਣਾ ਹੋਵੇਗਾ ਕਿ ਕਿਸਾਨਾਂ ਅਤੇ ਕੇਂਦਰ ਸਰਕਾਰ ਦੀ ਅੱਜ ਦੀ ਇਸ ਮੀਟਿੰਗ ਦੇ ਵਿੱਚ ਖੇਤੀ ਕਾਨੂੰਨਾਂ ਦੇ ਨਾਲ ਇਹਨਾਂ ਸਾਰੇ ਮੁੱਦਿਆਂ ਦਾ ਹੱਲ ਹੋਵੇਗਾ ਜਾਂ ਫਿਰ ਨਹੀਂ। ਇਸ ਖਬਰ ਤੇ ਅਸੀਂ ਇਸੇ ਤਰ੍ਹਾਂ ਹੀ ਬਣੇ ਰਹਾਂਗੇ। ਮੇਰੇ ਨਾਲ ਸੀ ਸੁਰਖਾ, ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਾਰਾ ਪ੍ਰੋਗਰਾਮ ਦੇਖਣ ਦੇ ਲਈ। ਅਸੀਂ ਇਸ ਖਬਰ ਤੇ ਇਸੇ ਤਰ੍ਹਾਂ ਬਣੇ ਰਹਾਂਗੇ। ਹਰ ਇੱਕ ਛੋਟੀ ਵੱਡੀ ਖਬਰ ਤੁਹਾਡੇ ਤੱਕ ਕਿਸਾਨਾਂ ਦੇ ਨਾਲ जुड़ी हुई जरूर पहुंचावांगे। किवें इस मीटिंग दे विच की कुछ होया सी, की कुछ अगे इख्तियार करेगा रुख किसानां दा यह अंदोलन, जरूर तुहानूं दसांगे। तुसीं देखदे रहो रोजाना स्पोक्समैन टीवी। धन्नवाद।